ਉਹ ਅਵਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸਤਿਗੁਰੂ ਗਰੀਬ ਨਿਵਾਜ਼ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ, ਧੰਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਨਾਲ, ਬੜੇ ਪਿਆਰ ਨਾਲ, ਬੜੇ ਜਜ਼ਬੇ ਦੇ ਨਾਲ ਆਪ ਸਾਰੇ ਗੁਰਸਿੱਖ ਲੰਬੇ ਸਮੇਂ ਤੋਂ ਗੁਰਮੁਖੀ ਚੌਂਕੜੇ ਲਾ ਕੇ ਗੁਰੂ ਕੀ ਬਾਣੀ ਦਾ ਰਸ ਮਾਣ ਰਹੇ ਹੋ। ਆਪ ਸਾਰੀਆਂ ਸੰਗਤਾਂ ਬਹੁਤ ਚਾਅ ਨਾਲ ਗੁਰੂ ਹਜ਼ੂਰੀ 'ਚ ਆਏ ਹੋ। ਬਹੁਤ ਸਾਰੇ ਗੁਰਸਿੱਖ ਕਤਾਰਾਂ 'ਚ ਖੜੇ ਨੇ ਨਮਸਕਾਰ ਕਰਨ ਦੀ ਉਡੀਕ ਵਿੱਚ। ਬੇਅੰਤ ਸੰਗਤਾਂ ਬਾਣੀ ਦਾ ਰਸ ਮਾਣਨ ਵਾਸਤੇ ਚੌਂਕੜੇ ਮਾਰੀ ਬੈਠੀਆਂ ਨੇ। ਸਾਰੇ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਇੰਨੇ ਕੁ ਸਹਿਜ ਵਿੱਚ ਵਿਚਰੀਏ ਕਿ ਸਾਡੇ ਕਰਕੇ ਕਿਸੇ ਦੀ ਇਕਾਗਰਤਾ ਭੰਗ ਨਾ ਹੋਵੇ। ਬੜੇ ਟਿਕਾਓ ਅੰਦਰ ਆਪ ਸਾਰੇ ਰਸ ਮਾਣ ਰਹੇ ਹੋ। ਗੁਰੂ ਕੀ ਅਸੀਸ ਸਭ ਰਲ ਕੇ ਸਾਂਝੀ ਕਰਦੇ। ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਕਾਇਨਾਤ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਅੰਦਰ ਸਾਧ ਸੰਗਤ, ਜਿਨ੍ਹਾਂ ਨੇ ਸੰਸਾਰ ਨੂੰ ਇਹ ਦੱਸਿਆ ਕਿ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਿੱਦਾਂ ਕਰੀਦੀ ਹੈ, ਦੂਸਰਿਆਂ ਦੇ ਜਜ਼ਬਾਤਾਂ ਦਾ ਸਨਮਾਨ ਕਿੱਦਾਂ ਬਹਾਲ ਰੱਖਣਾ, ਦੁਨੀਆ ਦੇ ਉੱਤੇ ਹਰ ਮਨੁੱਖ ਨੂੰ ਜਿਉਣ ਦਾ ਹੱਕ ਕਿਵੇਂ ਦਿਵਾਉਣਾ, ਜਿਨ੍ਹਾਂ ਨੇ ਦੱਸਿਆ ਕਿ ਧਰਮ ਦੀ ਧੁਜਾ ਜ਼ੁਲਮ ਦੇ ਅੱਗੇ ਝੁਕਣੀ ਨਹੀਂ ਚਾਹੀਦੀ। ਉਹ ਸੱਚੇ ਪਾਤਸ਼ਾਹ ਹਜ਼ੂਰ ਦੀ ਮਹਾਨ ਕਰਨੀ ਨੂੰ ਆਪਣੇ ਹਿਰਦੇ 'ਚ ਲੈ ਕੇ ਅੱਜ ਸਾਰਾ ਸਿੱਖ ਜਗਤ ਗੁਰਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਸਾਂਝੀ ਕਰ ਰਿਹਾ। ਆਪ ਜੀ ਬੜੀ ਚੰਗੀ ਤਰ੍ਹਾਂ ਜਾਣੂ ਹੋ ਸਾਰੇ ਕਿ ਹਜ਼ੂਰ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਜਿਸ ਅਸਥਾਨ ਨੂੰ ਅੱਜ ਅਸੀਂ ਗੁਰੂ ਕੇ ਮਹਿਲ ਕਹਿੰਦੇ ਹਾਂ, ਉਸ ਮੁਕੱਦਸ ਅਸਥਾਨ 'ਤੇ ਧੰਨ ਮਾਤ ਨਾਨਕੀ ਜੀ ਦੀ ਕੁੱਖੋਂ ਮੀਰੀ ਪੀਰੀ ਦੇ ਮਾਲਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਚਨਹਾਰੇ, ਬਾਜਾਂ ਵਾਲੇ, ਫੌਜਾਂ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਸਾਹਿਬ ਜੀ ਨੇ ਵੀ ਆਪ ਜੰਗਾਂ ਲੜੀਆਂ, ਜਿਨ੍ਹਾਂ ਦੀ ਪਰਵਰਿਸ਼ ਉਹਨਾਂ ਹਾਲਾਤਾਂ ਵਿੱਚ ਹੋਈ ਜਿਹੜੇ ਉਸ ਵਕਤ ਦੇ ਸਮਕਾਲੀ ਹਾਲਾਤ ਨੇ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਕੌਮਾਂ ਦੇ ਇਤਿਹਾਸ ਸਿਰਜੇ ਜਾਂਦੇ ਆ, ਕੌਮਾਂ ਆਪਣੇ ਇਤਿਹਾਸ ਨੂੰ ਜਿੰਦਾ ਰੱਖਦੀਆਂ, ਇਤਿਹਾਸ ਦੀ ਚਰਚਾ ਕਰਦੀਆਂ, ਇਤਿਹਾਸ ਨੂੰ ਦੁਹਰਾਉਂਦੀਆਂ ਨੇ, ਸਿਰਫ ਕਥਨੀ ਕਰਕੇ ਨਹੀਂ। ਅਸਲ 'ਚ ਕੌਮਾਂ ਉਦੋਂ ਹੀ ਜਿੰਦਾ ਰਹਿੰਦੀਆਂ ਨੇ ਜਦੋਂ ਕੌਮਾਂ ਆਪਣੇ ਇਤਿਹਾਸ ਨੂੰ ਅਮਲੀ ਰੂਪ ਵਿੱਚ ਦੁਹਰਾਉਂਦੀਆਂ। ਜਦੋਂ ਅਸੀਂ ਸਤਿਗੁਰੂ ਸਾਹਿਬਾਨ ਦੀ ਕਰਨੀ ਦਾ ਜ਼ਿਕਰ ਕਰਾਂਗੇ, ਜਦੋਂ ਅਸੀਂ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਦਾ ਜ਼ਿਕਰ ਕਰਾਂਗੇ, ਜਦੋਂ ਅਸੀਂ ਆਪਣੇ ਸੁਨਹਿਰੀ ਇਤਿਹਾਸ ਦੇ ਪੰਨਿਆਂ ਨੂੰ ਫੋਲਾਂਗੇ, ਤੇ ਮੁੱਢ ਕਦੀਮ ਤੋਂ ਲੈ ਕੇ ਸਦਾ ਵਾਸਤੇ ਨਾਲ ਸਮਕਾਲੀ ਹਾਕਮਾਂ ਦਾ ਜ਼ਿਕਰ ਜ਼ਰੂਰ ਆਉਂਦਾ ਰਹੇਗਾ। ਭਾਵੇਂ ਉਹ ਅਕਬਰ ਦਾ ਸਮਾਂ ਹੈ, ਭਾਵੇਂ ਉਹ ਸ਼ਾਹਜਹਾਨ ਦਾ ਸਮਾਂ ਹੈ, ਭਾਵੇਂ ਅਸੀਂ ਵੇਖਦੇ ਹਾਂ ਉਹ ਜਹਾਂਗੀਰ ਦਾ ਸਮਾਂ, ਤੇ ਫਿਰ ਔਰੰਗਜ਼ੇਬ ਦਾ ਸਮਾਂ ਵੀ ਆਉਂਦਾ। ਫਿਰ ਅਸੀਂ ਇਸੇ ਤਰ੍ਹਾਂ ਅੱਗੇ ਸਿੱਖ ਇਤਿਹਾਸ ਦੀ ਪਰਤ ਦਰ ਪਰਤ ਜਦੋਂ ਤਹਿਾਂ ਖੋਲ੍ਹਦੇ ਹਾਂ, ਭਾਵੇਂ ਉਹ ਬਹਾਦਰ ਸ਼ਾਹ ਦਾ ਸਮਾਂ ਹੈ, ਫਰਖਸ਼ੀਰ ਦਾ ਸਮਾਂ ਹੈ, ਸਾਰਾ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਦੀ ਜਦੋਂ ਲੰਘਦਾ, ਅਸੀਂ ਆਪਣੇ ਇਤਿਹਾਸਕ ਨਾਇਕਾਂ ਨੂੰ ਵੀ ਚੇਤੇ ਕਰਦੇ ਹਾਂ ਤੇ ਨਾਲ ਸਮਕਾਲੀ ਹਾਕਮਾਂ ਨੂੰ ਵੀ ਚੇਤੇ ਕਰਦੇ ਹਾਂ। ਫਿਰ ਦੋਨਾਂ ਦੀ ਕਰਨੀ ਦਾ ਮੁਲਾਂਕਣ ਹੁੰਦਾ ਸਾਧ ਸੰਗਤ, ਦੋਨਾਂ ਦੀ ਕਰਨੀ ਦਾ ਵਿਸ਼ਲੇਸ਼ਣ ਸਾਡੀਆਂ ਅੱਖਾਂ ਸਾਹਮਣੇ ਹੁੰਦਾ। ਫਿਰ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਇਤਿਹਾਸ ਵਿੱਚੋਂ ਸਿੱਖਣਾ ਵੀ ਹੈ, ਇਤਿਹਾਸ ਨੇ ਸਾਡੇ ਅੰਦਰ ਜਜ਼ਬਾ ਵੀ ਭਰਨਾ। ਹੁਣ ਜਿਨ੍ਹਾਂ ਹਾਲਾਤਾਂ 'ਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਹੋਇਆ, ਉਹ ਹਾਲਾਤ ਬੜੇ ਵਿਚਿੱਤਰ ਨੇ ਸਾਧ ਸੰਗਤ ਜੀ। ਪੰਚਮ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਹੜੇ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਾਦਾ ਜੀ ਲੱਗਦੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਦਰਯੋਗ ਪਿਤਾ ਜੀ, ਪੰਚਮ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋ ਚੁੱਕੀ ਹੈ।
ਜਹਾਂਗੀਰ ਦਾ ਜ਼ੁਲਮੋ ਸਿਤਮ ਸਿਖਰਾਂ ਦੇ ਉੱਤੇ ਸੀ। ਉਸ ਵੇਲੇ ਵਕਤ ਜਿਹੜਾ ਉਹ ਆਪਣੀ ਚਾਲੇ ਚੱਲਦਾ ਗਿਆ। ਸਾਧ ਸੰਗਤ, ਹੁਣ ਵਕਤ ਦੇ ਹਾਕਮ ਦੀ ਜਿਹੜੀ ਨੀਅਤ ਸੀ ਉਹ ਸਿਰਫ ਇਹ ਨਹੀਂ ਸੀ ਕਿ ਕਿਸੇ ਇੱਕ ਮਨੁੱਖ ਨੂੰ ਕਿਸੇ ਗੁਨਾਹ ਕਰਕੇ ਮੌਤ ਦੀ ਸਜ਼ਾ ਦੇਣੀ ਹੈ। ਵੇਖਣ ਨੂੰ ਵਰਤਾਰਾ ਇਦਾਂ ਹੀ ਲੱਗ ਰਿਹਾ ਸੀ ਕਿ ਹਾਕਮ ਜਿਹੜਾ ਹੈ ਉਹ ਕਿਸੇ, ਕਿਉਂਕਿ ਉਹਨਾਂ ਨੇ ਸਾਬਤ ਇਦਾਂ ਕਰਨਾ ਹੁੰਦਾ, ਸਟਰਕਚਰ ਇਦਾਂ ਤਿਆਰ ਕਰਨਾ ਹੁੰਦਾ, ਲੋਕਾਂ ਸਾਹਮਣੇ ਇਹ ਚਰਚਾ ਛੇੜਨੀ ਹੁੰਦੀ ਆ ਕਿ ਜਿਸ ਮਨੁੱਖ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹ ਕੋਈ ਗੁਨਾਹ ਕਰ ਬੈਠਾ ਤੇ ਉਹਦੇ ਗੁਨਾਹ ਦੇ ਇਵਜ਼ ਦੇ ਵਿੱਚ ਹਾਕਮ ਜਿਹੜਾ ਉਹਨੂੰ ਸਜ਼ਾ ਦੇ ਰਿਹਾ। ਜਦੋਂ ਅਸੀਂ ਸੰਸਾਰਕ ਵਰਤਾਰੇ ਨੂੰ ਤੱਕਦੇ ਹਾਂ ਜਾਂ ਹਾਕਮ ਦੀਆਂ ਲਿਖਤਾਂ ਨੂੰ ਵਾਚਦੇ ਹਾਂ ਤੇ ਫਿਰ ਨਜ਼ਰ ਆਏਗਾ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਤਾ ਨਹੀਂ ਖੁਸਰੋ ਦੀ ਮਦਦ ਕਰਦੇ ਆ, ਜਿਹਦੇ ਇਵਜ਼ ਦੇ ਵਿੱਚ ਹਾਕਮ ਕਹਿੰਦਾ ਮੈਂ ਇਹਨਾਂ ਨੂੰ ਸਜ਼ਾ ਦੇ ਰਿਹਾ। ਪਰ ਸਚਾਈ ਇਹ ਹੈ ਸਾਧ ਸੰਗਤ ਕਿ ਗੱਲ ਸਿਰਫ ਇੱਕ ਗੁਨਾਹ ਬਦਲੇ ਕਿਸੇ ਸਰੀਰ ਨੂੰ ਮੌਤ ਦੀ ਸਜ਼ਾ ਦੇਣ ਦੀ ਨਹੀਂ ਸੀ। ਉਹਦੇ ਪਿੱਛੇ ਇੱਕ ਮਨਸਾ ਸੀ ਤੇ ਮਨਸਾ ਇਹ ਸੀ ਕਿ ਸਿੱਖੀ ਦਾ ਜੋ ਇਹ ਚਸ਼ਮਾ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਹੈ, ਜਿਹੜਾ ਫੁੱਟਿਆ, ਜਿਹੜਾ ਝਰਨਾ ਸਿੱਖੀ ਦਾ ਵਹਿ ਰਿਹਾ, ਇਸ ਝਰਨੇ ਨੂੰ ਸਦਾ ਵਾਸਤੇ ਬੰਦ ਕੀਤਾ ਜਾਵੇ। ਉਹ ਜਦੋਂ ਵੇਖੋ ਪਹਿਲਾਂ ਬਹੁਤ ਲੰਬਾ ਸਮਾਂ ਸਿੱਖ ਇਤਿਹਾਸਕਾਰ ਬੜਾ ਵੱਡਾ ਟਪਲਾ ਖਾਂਦੇ ਰਹੇ, ਪਰ ਜਦੋਂ ਬਾਦਸ਼ਾਹ ਜਹਾਂਗੀਰ ਦੀ ਲਿਖੀ ਹੋਈ ਤੁਝ ਕੇ, ਜਿਹਨੂੰ ਅਸੀਂ ਤੁਝ ਕੇ ਜਹਾਂਗੀਰੀ ਕਹਿੰਦੇ ਆ, ਉਹ ਸਵੈ ਜੀਵਨੀ ਸਾਡੀਆਂ ਅੱਖਾਂ ਸਾਹਮਣੇ ਆਉਂਦੀ ਆ, ਫਿਰ ਉਹ ਇਤਿਹਾਸਕ ਤੱਥ ਸਾਹਮਣੇ ਪ੍ਰਗਟ ਹੁੰਦੇ ਆ ਕਿ ਬਾਦਸ਼ਾਹ ਚਾਹੁੰਦਾ ਕੀ ਆ ਅਸਲ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਸਿਰਫ ਕਿਸੇ ਗੁਨਾਹ ਦੇ ਬਦਲੇ ਉਹ ਮੌਤ ਦੀ ਸਜ਼ਾ ਨਹੀਂ ਦੇ ਰਿਹਾ। ਉਹਦੀ ਇੱਕ ਮਨਸਾ ਹੈ, ਉਹਦਾ ਮਨਸੂਬਾ ਹੈ ਕਿ ਮੈਂ ਸਿੱਖੀ ਦੇ ਚਸ਼ਮੇ ਨੂੰ ਸਦਾ ਲਈ ਬੰਦ ਕਰ ਦਿਆਂ। ਉਹ ਮੁਤੱਸਬ ਦੇ ਅੰਦਰ, ਉਹ ਘਿਰਨਾਂ ਦੇ ਵਿੱਚ ਗੁਰੂ ਸਾਹਿਬ ਵਾਸਤੇ, ਗੁਰੂ ਨਾਨਕ ਦੇ ਘਰ ਵਾਸਤੇ ਬੜੇ ਅਪਮਾਨਜਨਕ ਸ਼ਬਦ ਵੀ ਵਰਤਦਾ। ਕੁਦਰਤੀ ਹੈ ਜਦੋਂ ਅੰਦਰ ਜ਼ਹਿਰ ਹੁੰਦਾ ਤੇ ਉਹ ਜ਼ਹਿਰ ਜਦੋਂ ਬੰਦਾ ਉਗਲੇਗਾ ਤੇ ਉਸ ਜ਼ਹਿਰ ਦਾ ਅਸਰ ਜਿਹੜਾ ਉਹ ਜਗਤ ਦੇ ਸਾਹਮਣੇ ਸਦਾ ਰਹਿੰਦਾ। ਉਹ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਬੜੇ ਅਪਮਾਨਕ ਸ਼ਬਦ ਵਰਤਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰਦਾ ਤੇ ਨਾਲ ਆਪਣੀ ਤੁਜਕ ਵਿੱਚ ਜਹਾਂਗੀਰ ਲਿਖਦਾ ਕਿ ਮੈਂ ਕਦੋਂ ਦਾ ਸੋਚਦਾ ਸੀ ਕਿ ਸਿੱਖੀ ਦੀ ਇਸ ਦੁਕਾਨ ਨੂੰ, ਜਿਹਨੂੰ ਉਹ ਹੰਕਾਰ ਤੇ ਨਫ਼ਰਤ ਦੇ ਨਾਲ ਝੂਠ ਦੀ ਦੁਕਾਨ ਕਹਿੰਦਾ, ਮੈਂ ਸਦਾ ਲਈ ਬੰਦ ਕਰ ਦਿਆਂ। ਹੁਣ ਥੋੜਾ ਜਿਹਾ ਉਹਨਾਂ ਹਾਲਾਤਾਂ ਨੂੰ ਵੇਖਣ ਦਾ ਯਤਨ ਕਰੀਏ, ਕਿਉਂਕਿ ਗੁਰੂ ਸਾਹਿਬ ਜੀ ਦੀਆਂ ਕੀ ਸਾਡੇ ਸਾਹਮਣੇ ਪ੍ਰਸਥਿਤੀਆਂ ਕੀ ਨੇ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਬਾਦਸ਼ਾਹ ਇਸ ਨੀਤੀ ਤੇ ਕੰਮ ਕਰ ਰਿਹਾ ਕਿ ਮੈਂ ਸਦਾ ਵਾਸਤੇ ਸਿੱਖੀ ਨੂੰ ਖਤਮ ਕਰ ਦਿਆਂ, ਮੈਂ ਇੰਨੀ ਭਿਆਨਕ ਮੌਤ ਦਿਆਂਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਾਦਾ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮੈਂ ਇੰਨੀ ਭਿਆਨਕ ਮੌਤ ਦਿਆਂਗਾ, ਇੰਨੀ ਦਰਦਨਾਕ ਮੌਤ ਦਿਆਂਗਾ, ਇੰਨਾ ਜ਼ੁਲਮੋ ਸਿਤਮ ਢਾਵਾਂਗਾ ਕਿ ਦੁਨੀਆ ਦੇ ਵਿੱਚ ਕੋਈ ਇਹਨਾਂ ਦਾ ਸਿੱਖ ਬਣਨ ਦਾ ਸੁਪਨਾ ਵੀ ਨਾ ਲੈ ਸਕੇ। ਜਿੰਨਾ ਜ਼ੁਲਮੋ ਸਿਤਮ ਉਹ ਸਾਰੀ ਸਿੱਖੀ ਉੱਤੇ ਢਾਉਣਾ ਚਾਹੁੰਦਾ ਸੀ, ਉਹਨਾਂ ਸਾਰਾ ਜ਼ੁਲਮੋ ਸਿਤਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਿੰਡੇ ਉੱਤੇ ਢਾਇਆ। ਜਿੰਨਾ ਕਹਿਰ ਕੱਲੇ ਕੱਲੇ ਸਿੱਖ ਉੱਤੇ ਉਹ ਵਰਤਾਉਣਾ ਚਾਹੁੰਦਾ ਸੀ, ਉਹਨੇ ਕਹਿਰ ਦੀ ਇੰਤਹਾ ਕਰ ਦਿੱਤੀ। ਤੇ ਸਿਰਫ ਕਹਿਰ ਦੀ ਇੰਤਹਾ ਹੀ ਨਹੀਂ ਕੀਤੀ, ਉਹ ਕੀ ਕਰਦਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਜਿਸਮ ਨੂੰ ਜਦੋਂ ਛਲਣੀ ਕਰਨ ਤੋਂ ਬਾਅਦ ਮਹਾਰਾਜ ਨੂੰ ਤੱਤੀ ਤਵੀ ਦੇ ਉੱਤੇ ਬਿਠਾਉਂਦਾ, ਗੁਰੂ ਸਾਹਿਬ ਜੀ ਦੇ ਸੀਸ ਵਿੱਚ ਅੱਗ ਵਰਗਾ ਰੇਤਾ ਪਾਉਂਦਾ। ਜ਼ੁਲਮੋ ਸਿਤਮ ਦੀ ਹੱਦ ਹੁੰਦੀ ਹੈ ਜਦੋਂ ਇਹ ਗੰਧ ਫੈਲਦੀ ਹੈ ਸਾਰੇ ਪਾਸੇ, ਮਾਸ ਚਿਰੜ ਚਿਰੜ ਬਲਦਾ, ਸਰੀਰ ਛਲਣੀ ਛਲਣੀ ਹੋ ਜਾਂਦਾ ਤੇ ਫਿਰ ਭਰੇ ਬਾਜ਼ਾਰਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਲੈ ਕੇ ਰਾਵੀ ਦੇ ਤੱਟ ਤੱਕ ਲੈ ਕੇ ਜਾਂਦੇ ਆ ਤਾਂ ਕਿ ਲੋਕ ਮਨਾਂ 'ਚ ਦਹਿਸ਼ਤ ਪੈਦਾ ਹੋ ਸਕੇ। ਹੁਣ ਹਾਕਮ ਦਾ ਮਨਸੂਬਾ ਕੀ ਹੈ ਕਿ ਸਿੱਖਾਂ ਦੇ ਅੰਦਰ ਇੱਕ ਖੌਫ ਪੈਦਾ ਕਰਨਾ ਕਿ ਕੋਈ ਗੁਰੂ ਨਾਨਕ ਦੀ ਸਿੱਖੀ ਦਾ ਪਾਂਧੀ ਨਾ ਬਣ ਜਾਏ। ਉਹਨਾਂ ਹਾਲਾਤਾਂ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਗੱਦੀ ਨਸ਼ੀਨ ਹੁੰਦੇ ਆ ਤੇ ਇੱਕ ਪਾਸੇ ਤੇ ਹਕੂਮਤ ਇਹ ਮਨਸੂਬੇ ਘੜ ਰਹੀ ਹੈ ਕਿ ਕੋਈ ਸਿੱਖ ਬਣੇਗਾ ਨਹੀਂ ਤੇ ਪਹਿਲੀ ਸਿੱਖੀ ਖਤਮ ਕਰ ਦਿੱਤੀ ਜਾਏਗੀ। ਦੂਜੇ ਪਾਸੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਹਜ਼ੂਰ ਦੇ ਆਦਰਯੋਗ ਪਿਤਾ ਉਹ ਦਿੱਲੀ ਦੇ ਤਖਤ ਨੂੰ ਚੁਣੌਤੀ ਦਿੰਦੇ ਹੋਏ ਅਕਾਲ ਦੇ ਤਖਤ ਦੀ ਸਿਰਜਣਾ ਕਰਦੇ ਆ। ਸ਼੍ਰੀ ਅਕਾਲ ਤਖਤ ਦੀ ਤਾਬਿਆ ਵਿੱਚ ਰੂਹਾਨੀ ਮਜਲਿਸ ਲੱਗਦੀ ਆ, ਰੂਹਾਨੀ ਫੈਸਲੇ ਹੁੰਦੇ ਆ, ਸਿੱਖ ਆਪਣੀ ਹੋਣੀ ਆਪ ਸਿਰਜਣ ਦੇ ਸਮਰੱਥ ਬਣ ਜਾਂਦੇ ਆ। ਸਿਰਫ ਇੱਥੇ ਹੀ ਬਸ ਨਹੀਂ ਹੁੰਦੀ, ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਇੱਕ ਸੱਦਾ ਦਿੰਦੇ ਆ ਕਿ ਅੱਜ ਤੱਕ ਤੁਸੀਂ ਗੁਰੂ ਦੇ ਦਰ ਤੇ ਭੇਟਾਵਾਂ ਵਿੱਚ ਦਾਲਾਂ ਤੇ ਚੌਲ ਲੈ ਕੇ ਆਉਂਦੇ ਹੋਵੋਗੇ, ਅੱਜ ਤੱਕ ਤੁਸੀਂ ਆਟਾ ਤੇ ਸਬਜ਼ੀ ਭਾਜੀ ਲੈ ਕੇ ਆਉਂਦੇ ਹੋਣਗੇ, ਇਹ ਵੀ ਤੁਹਾਡੀ ਕਿਰਤ ਦੀ ਭੇਟਾ ਮੰਨੀ ਜਾਏਗੀ ਕਿ ਆਪਣੀਆਂ ਜਵਾਨੀਆਂ ਗੁਰੂ ਘਰ ਨੂੰ ਭੇਟ ਕਰੋ, ਸੋਹਣੇ ਸ਼ਸਤਰ ਤੇ ਘੋੜੇ ਭੇਟ ਕਰੋ। ਹੁਣ ਵੇਖੋ, ਇੱਕ ਪਾਸੇ ਹਾਕਮ ਚਾਹੁੰਦਾ ਮੈਂ ਸਿੱਖਾਂ ਦੀਆਂ ਅੱਖਾਂ ਵਿੱਚ ਮੌਤ ਦਾ ਖੌਫ ਵੇਖਣਾ ਚਾਹੁੰਦਾ
मैं सिखां नूं भै भीत होया वेखना चाहता। दूजे पासे सच्चे पातशाह समय की नबज नूं इदां वरतदे आ, इदां पहचानदे आ कि वो सिखां दे हत्थां विच शस्त्र फड़ाउंदे आ, सिखां दे सीस ते दुमाले सजदे आ, सिख घोड़ सवारी करदे आ। 4 युद्ध दिल्ली दे तख्त नाल हुंदे आ ते 4 युद्धां विच खालसा पंथ फतेह प्राप्त, सिख पंथ फतेह प्राप्त करदा। उन्हां युद्धां विचों एक युद्ध धन गुरु तेग बहादुर महाराज जी लड़दे आ। तो सच्चे पातशाह जो इस धरती ते बैठ के एवें नहीं कहते, साध संगत साहिबजादे नीहां च खड़े होके एवें नहीं कहते कि ये साडी विरासत है। जिस धरती ते अज खालसा पंथ इकट्ठा होके बैठा है, मैं विशेष तौर पर दिल्ली गुरुद्वारा प्रबंधक कमेटी नूं मुबारकबाद दिंदा। कौमी कारज भावें वो दिल्ली फतेह दिवस का कारज है, साडी कौम दे बड़े माण मत्ते दिहाड़े ने वो, ते उन्हां दिहाड़िਆਂ नूं लाल किले दी बिल्कुल हिक ते खड़ के मनाउणा साडे वास्ते कौमी गौरव है। मैं विशेष करके तुहानूं सारी टीम नूं इस गल दी मुबारक दिंदा। और मैं ये महसूस भी करदा कि कई बारी बोलदियां मेरी भावुकता सीमावां भी लंघ जाती है, तो मैनूं हद इदां भी लगदी है भी शायद मेरियां सेवावां जिहड़ियां ने वो किसी सीमा तक रह जाण। पर मैं तुहाडा धन्नवादी भी हाँ भी तुसीं हर वार फिर सेवा दे के मैनूं कुछ बोलण दी हिम्मत दिंदे हो। गुरु साहिब जी दी अगे अरदास है, सतगुरु जी सिर ते हत्थ रखी रखण। वेखो इस धरती तो एवें नहीं आवाज़ गूंजदी, जदों असीं उस आवाज़ नूं सुणदे हां। साडे विद्वानां दी कलम ने गुरु साहिब जी दी उस आवाज़ नूं जदों साडे सामने लिआंदा ते वो आवाज़ जिहड़ी है वो सानूं गैरत दिंदी है। गुरु तेग बहादुर महाराज दी सारी विचारधारा, टोटल विचारधारा महाराज दी जे असीं दर्शन करने होण ते मैं समझदा इस बुनियाद उत्ते खड़ी है कि भै काहू को देत नह नह भै मान त्यान। ਇਹਦੇ ਤੋਂ ਵੱਡੀ ਸਿਰਜਣਾ ਜਿਹੜੀ ਆ ਸਾਡੀ ਰੂਹਾਨੀ ਸਿਰਜਣਾ, ਸਾਡੀ ਸਮਾਜਿਕ ਤੌਰ ਦੇ ਉੱਤੇ, ਸਾਡੀ ਧਾਰਮਿਕ ਤੌਰ ਦੇ ਉੱਤੇ ਦੁਨੀਆ ਦੇ ਇਤਿਹਾਸ ਵਿੱਚ ਦੂਜੀ ਨਹੀਂ ਹੋ ਸਕਦੀ। ਇਹ ਗੱਲ ਚੇਤੇ 'ਚ ਰੱਖਿਓ ਸਾਧ ਸੰਗਤ। ਭੈ ਦੇ ਅਧੀਨ ਜੂਣ ਵਾਲਾ ਬੰਦਾ ਭਾਵੇਂ ਉਹ ਰਾਜਸੀ ਖੇਤਰ ਵਿੱਚ ਹੈ, ਭਾਵੇਂ ਉਹ ਧਾਰਮਿਕ ਖੇਤਰ 'ਚ ਹੈ, ਤੇ ਭਾਵੇਂ ਸਮਾਜ ਦਾ ਕੋਈ ਵੀ ਖਿੱਤਾ ਹੈ, ਜਿਸ ਬੰਦੇ ਦੇ ਸਿਰ ਦੇ ਉੱਤੇ ਭੈ ਦੀ ਤਲਵਾਰ ਲਟਕ ਰਹੀ ਹੈ, ਉਹ ਬੰਦਾ ਕਦੀ ਵੀ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਹੋ ਸਕਦਾ, आत्मिक तौर पर तरक्की नहीं कर सकता, तो आर्थिक पहलू भी वो उजाड़े वाले पासे जाणगे। महाराज के इस पवित्र फिकरे के अंदर जिंदगी का तत्त छुपिया होया। मैं समझदा जे सिख जगत अमली रूप में इस गल नूं समझ लवे तो अज फिर धन गुरु तेग बहादुर महाराज की सोच का संसार जिहड़ा उन्होंने सिरजिया जा सकता है कि ना किसी का भै मनना है तो ना किसी नूं भै देना है। सिखां नूं शक्तिशाली बनाउण तो पहलां महाराज ने यह गल बड़ी कमाल की कह दी कि मता कल नूं खालसा पंथ साजिया जाए, तुसी तेगां दी छां हेठां जीवन जियो, तुसी तख्तां दे मालक बनो, सारी सत्या नूं हासिल करके इस सिद्धांत नूं कदी मनो नहीं विसारना कि सिख अपनी ताकत नूं किसी नूं डराउण वास्ते नहीं वरतदा, वो ते जीवन देण वास्ते वरतदा है। तो सच्चे पातशाह महाराज जी दे परोपकार वीर जी सुना रहे सन, जदों असीं बचपन तो दर्शन करदे हां, दूसरे दे दर्द नूं वंडाउणा, भावें वो तन का वस्त्र दे के है, शरीर के कपड़े ला के किसी गरीब नूं दे के है, ते भावें शरीर रूपी कपड़ा। साध संगत एक बचन बड़ा प्यारा धन कलगीधर पिता जी का असीं रोज़ पढ़ते हैं, दिल्ली के गुरुद्वारा साहिबाना के अंदर रोज़ ये फिकरा दोहराया जाता है। तो इस फिकरे ने बहुत वड्डी ताकत सानू दिती। साध संगत ठीकर फोर दलीस सिर, कमाल की सानू सोच दिंदे आ महाराज। गुरु तेग बहादुर पातशाह कहते शरीर की है, एक ठीकरा है। जदों गुरु तेग बहादुर महाराज का असीं सिद्धांत पढ़ते हैं ना ठीकरा, तो सानू वो शब्द सामने आउंदा साडियां नज़रां 'च। एक वेखो मैं एक बेनती तुहानूं करदा, जे गुरु तेग बहादुर महाराज के दर्शन करने आ तो तुहानूं गुरु के शब्द विचों होणे आ। गुरु के शब्द विच गुरु का सुभाਅ टिकिया होया, गुरु दीयां बख्शिशां टिकियां होईयां ने, गुरु साहब की रूह टिकी हुई है गुरु के शब्द के अंदर। तो जदों असीं गुरु तेग बहादुर महाराज का बचन, मैं समझदा हर सिख के हिरदे की नींह है ये बचन। जदों पढ़ते हैं जो नर दुख मैं दुख नहीं मन है, हुण जिहदी घाट ते इदां दी घड़ी होवे उही फिर आरियां नूं सिर ते रख आके जिसम नूं दो फाड़ करवा सकदा ना जी। जिहड़ा धर्म दे राह ते इस शर्त ते तुरिया कि मैं धर्म दे राह ते तुर के सुखां दी प्राप्ति करनी है। पंजाब दी धरती उत्ते सिक्खी के प्रचार में दिल्ली गुरुद्वारा प्रबंधक कमेटी, जिथे श्रोमणी गुरुद्वारा प्रबंधक कमेटी जूझ रही सी, उत्थे दिल्ली कमेटी भी बहुत वधिया योगदान पा रही है। खास करके बार्डर की बैल्ट जिथे कहा जाता सी धर्म कन्वर्शन चल रही है। हुण वेखो जदों असीं वो सारे कुछ दे वरतारे नूं वेखदे हां ते उत्थे एक लालच काम करदा,
ਉਹ ਲਾਲਚ ਭਾਵੇਂ ਜਿਉਂਦੇ ਜੀ ਦਾ ਲਾਲਚ ਹੈ, ਭਾਵੇਂ ਮਰਨ ਤੋਂ ਬਾਅਦ ਦਾ ਲਾਲਚ ਹੈ। ਜਿਉਂਦੇ ਜੀ ਲਾਲਚ ਹੈ, ਤੁਹਾਨੂੰ ਸੁੱਖ ਮਿਲਣਗੇ। ਤੁਹਾਨੂੰ ਹਾਂ ਕਈ ਥਾਵਾਂ ਤੇ ਪੈਸੇ ਦੇ ਲਾਲਚ ਵੀ ਦਿੱਤੇ ਜਾਂਦੇ ਆ, ਤੁਹਾਡੀ ਬਿਮਾਰੀ ਦਾ ਇਲਾਜ ਕਰਵਾ ਦਿਆਂਗੇ, ਤੁਹਾਡੀ ਵਿੱਦਿਆ ਪੜ੍ਹਾ ਦਿਆਂਗੇ, ਜਾਂ ਤੁਹਾਡੇ ਹੋਰ ਰੋਗ ਜਿਹੜੇ ਆ ਉਹ ਨਿਵਰਤ ਹੋ ਜਾਣਗੇ। ਫਿਰ ਮਰਨ ਤੋਂ ਬਾਅਦ ਦੇ ਲਾਲਚ ਨੇ, ਤੁਹਾਨੂੰ ਮੁਕਤੀ ਮਿਲੇਗੀ, ਤੁਹਾਨੂੰ ਸਵਰਗ ਮਿਲੇਗਾ। ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੋਚ ਨੂੰ ਸਮਝਣ ਦਾ ਯਤਨ ਕਰਾਂਗੇ ਤੇ ਸਤਿਗੁਰੂ ਜੀ ਕਹਿੰਦੇ ਸਿੱਖੀ ਧਰਮ ਲਾਲਚ ਤੋਂ ਸ਼ੁਰੂ ਹੀ ਨਹੀਂ ਹੁੰਦਾ। ਜਿਹੜਾ ਲਾਲਚ ਤੋਂ ਸ਼ੁਰੂ ਹੁੰਦਾ ਉਹ ਧਰਮ ਹੋ ਹੀ ਨਹੀਂ ਸਕਦਾ ਜੀ। ਉਹ ਨਿਰੋਲ ਦੁਕਾਨਦਾਰੀ ਹੁੰਦੀ ਹੈ, ਉਹ ਨਿਰੋਲ ਬਿਜ਼ਨਸ ਹੁੰਦਾ ਹੈ। ਤੇ ਬਿਜ਼ਨਸਮੈਨ ਬੰਦਾ ਲਾਭ ਤੇ ਘਾਟੇ ਦੇ ਸੌਦੇ ਵੇਖਦਾ, ਉਹ ਧਰਮ ਵਾਸਤੇ ਸੀਸ ਨਹੀਂ ਕੁਰਬਾਨ ਕਰ ਸਕਦਾ। ਧਰਮ ਲਈ ਸੀਸ ਉਦੋਂ ਕੁਰਬਾਨ ਕੀਤੇ ਜਾਂਦੇ ਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਨੀਂਹ, ਸਾਡੀ ਨੀਂਹ ਪੱਕੀ ਕਰਦੇ ਆ। ਤੇ ਉਹ ਨੀਂਹ ਪੱਕੀ ਹੁੰਦੀ ਹੈ ਬੰਦਗੀ ਦੇ ਨਾਲ। ਸੱਚ ਪੁੱਛੋ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਜੀਵਨ ਸਫਰ ਹੈ ਨਾ ਜੀ, ਜਿਹੜਾ ਧਰਮ ਦਾ ਪੰਧ ਹੈ, ਤੇ ਦੋ ਸ਼ਬਦ ਹੀ ਕਹਿਣੇ ਪੈਣਗੇ, ਉਹ ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫਰ ਹੈ। ਇਬਾਦਤ ਨੀਂਹ ਹੈ ਤੇ ਸ਼ਹਾਦਤ ਗੁੰਮਦ ਹੈ। ਹੁਣ ਗੁੰਮਦ ਤੇ ਦਿਸਦਾ ਪਰ ਨੀਂਹ ਨਹੀਂ ਦਿਸਦੀ, ਪਰ ਸਚਾਈ ਇਹੀ ਹੈ ਕਿ ਜੇ ਨੀਂਹ ਨਾ ਹੋਵੇ ਤੇ ਗੁੰਮਦ ਹੋ ਹੀ ਨਹੀਂ ਸਕਦਾ ਸਾਧ ਸੰਗਤ। ਸੋ ਸਤਿਗੁਰੂ ਜੀ ਨੇ ਇਬਾਦਤ ਦੇ ਨਾਲ ਸਾਨੂੰ ਰੂਹਾਨੀ ਸੱਤਿਆ ਦਿੱਤੀ ਤੇ ਸ਼ਹਾਦਤ ਦੇ ਨਾਲ ਧਰਮ ਦੀ ਧੁਜਾ ਨੂੰ ਚਲਾਇਆ ਦੁਨੀਆ ਦੇ ਉੱਤੇ। ਮਹਾਰਾਜ ਨੇ ਸਾਡੀ ਬੁਨਿਆਦ ਇਦਾਂ ਦੀ ਘੜੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ। ਹਰ ਚੀਜ਼ ਤੋਂ ਸਾਨੂੰ ਮੁਕਤ ਕਰ ਦਿੱਤਾ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ। ਹੁਣ ਤ੍ਰਿਸ਼ਨਾਵਾਂ ਦੀ ਆਸ ਵਿੱਚ ਆਇਆ ਹੋਇਆ ਬੰਦਾ, ਉਹ ਕਦੀ ਵੀ ਆਸਾਵਾਂ ਦੇ ਸੰਗਲ ਤੋਂ ਛੁੱਟ ਹੀ ਨਹੀਂ ਸਕਦਾ ਜੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਧਰਮ ਦਾ ਮਾਰਗ ਇੱਥੋਂ ਸ਼ੁਰੂ ਹੁੰਦਾ ਜਦੋਂ ਤੁਹਾਡੀਆਂ ਆਸਾਂ ਦੇ ਸੰਗਲ ਟੁੱਟ ਜਾਂਦੇ ਆ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤੇਹ ਘਾਟ ਬ੍ਰਹਮ ਨਿਵਾਸਾ। ਠੀਕ ਹੈ, ਸਤਿਗੁਰੂ ਜੀ ਨੇ ਲਗਭਗ 19 ਨੁਕਤੇ ਸਾਨੂੰ ਦਿੱਤੇ ਹੈ। ਮਹਾਰਾਜ ਜੀ ਸਾਡੇ 'ਚ ਬਹੁਤ ਸਾਰੀਆਂ ਕਮੀਆਂ ਨੇ। ਅਜੇ ਜ਼ਿੰਦਗੀ ਆਸਾਂ ਤੋਂ ਮੁਕਤ ਨਹੀਂ ਹੋਈ, ਅਜੇ ਜ਼ਿੰਦਗੀ ਹੰਕਾਰ ਤੋਂ ਮੁਕਤ ਨਹੀਂ ਹੋਈ, ਅਜੇ ਨਿੰਦਿਆ ਸੁਣ ਕੇ ਦੁੱਖ ਲੱਗਦਾ ਤੇ ਉਸਤਤ ਸੁਣ ਕੇ ਖੁਸ਼ੀ ਹੁੰਦੀ ਹੈ। ਅਜੇ ਜੀਵਨ ਕਾਮਨਾਵਾਂ ਤੇ ਸਾਡੀਆਂ ਤ੍ਰਿਸ਼ਨਾਵਾਂ ਤੋਂ ਮੁਕਤ ਨਹੀਂ ਹੋਇਆ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਜਦੋਂ ਸਿੱਖ ਤੁਰਿਆ ਰਹੇਗਾ ਨਾ ਗੁਰੂ ਦਾ ਪੱਲਾ ਫੜ ਕੇ, ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੀ ਸੁਰਤ ਵਿੱਚ ਵਸੇ ਰਹਿਣਗੇ, ਤੇ ਯਕੀਨ ਕਰਿਓ ਜਿੱਥੇ ਸਾਡਾ ਮਨ ਭਟਕਣ ਲੱਗੇਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਿਮਰਿਓ, ਸਤਿਗੁਰੂ ਜੀ ਸਿਰ ਤੇ ਹੱਥ ਰੱਖ ਕੇ ਸਾਡੇ ਮਨ ਨੂੰ ਭਟਕਣਾ ਤੋਂ ਬਚਾ ਲੈਣਗੇ ਭਾਈ। ਇਹ ਗੁਰੂ ਦੀ ਬਖਸ਼ਿਸ਼ ਵਰਤਣੀ ਹੈ ਸਾਧ ਸੰਗਤ। ਐਵੇਂ ਤੇ ਨਹੀਂ ਰੋਜ਼ ਪੜ੍ਹਦੇ ਕਿ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ, ਤੇ ਮਹਾਰਾਜ ਕੀ ਕਹਿੰਦੇ ਜੀ, ਸਭ ਥਾਈ ਹੋਏ ਸਹਾਏ। ਮਹਾਰਾਜ ਜੀ ਸਾਡਾ ਮਨ ਇੰਨਾ ਸਮਰੱਥ ਨਹੀਂ ਹੈ, ਇਹ ਉਸਤਤ ਨਿੰਦਿਆ ਵਿੱਚ ਵੀ ਉਤਾਰ ਚੜਾਅ 'ਚ ਆ ਜਾਂਦਾ। ਇਹ ਸਤਿਗੁਰੂ ਜੀ ਲੋਭ ਤੇ ਤ੍ਰਿਸ਼ਨਾ ਵਿੱਚ ਵੀ ਵਿਆਪ ਜਾਂਦਾ ਹੈ, ਕਾਮ ਤੇ ਕ੍ਰੋਧ ਵਿੱਚ ਵੀ ਅੰਨਾ ਹੋ ਜਾਂਦਾ। ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਤੇ ਤੁਸੀਂ ਸਭ ਥਾਈਂ ਸਹਾਈ ਹੋ ਕੇ ਮਹਾਰਾਜ ਜੀ ਸਾਨੂੰ ਧਰਮ ਦੇ ਮਾਰਗ ਦੇ ਪਾਂਧੀ ਬਣਾ ਲਓ। ਜਦੋਂ ਬੁਨਿਆਦ ਇੰਨੀ ਪੱਕੀ ਕੀਤੀ ਤੇ ਫਿਰ ਆਰੇ ਸਿਰਾਂ ਤੇ ਰੱਖ ਕੇ ਇਸੇ ਚੌਂਕ ਵਿੱਚ ਪੁੱਛਿਆ ਸੀ ਦੁੱਖ ਆਉਂਦਾ, ਤੇ ਉਹਨਾਂ ਨੇ ਕਿਹਾ ਸੀ ਭਲਿਓ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਬਕ ਹੀ ਇਹ ਸਿਖਾਇਆ ਸੀ ਕਿ ਦੁੱਖ ਆਏਗਾ ਪਰ ਸਿੱਖ ਦੁੱਖ ਮੰਨੇਗਾ ਹੀ ਨਹੀਂ ਤੇ ਦੁੱਖ ਵਿਗਾੜ ਕੀ ਸਕੇਗਾ। ਦੁੱਖ ਮੈਂ ਦੁੱਖ ਨਹੀਂ ਮੰਨੈ, ਦੇਗਾਂ 'ਚ ਉਬਾਲ ਕੇ ਰੂਹ 'ਚ ਸਾੜ ਕੇ। ਕਿੱਦਾਂ ਦੀ ਘਾੜਤ ਗੁਰੂ ਤੇਗ ਬਹਾਦਰ ਮਹਾਰਾਜ ਨੇ ਘੜੀ ਸਾਧ ਸੰਗਤ। ਇੰਨੇ ਕੋਮਲ ਹਿਰਦੇ ਵਾਲੇ ਸੱਚੇ ਪਾਤਸ਼ਾਹ, ਪ੍ਰੇਮ ਦੀ ਮੂਰਤ। ਜਦੋਂ ਅਸੀਂ ਸਾਰਾ ਇਤਿਹਾਸ ਪੜ੍ਹਦੇ ਹਾਂ ਤੇ ਸੱਚੇ ਪਾਤਸ਼ਾਹ ਜੀ ਵਸ ਵਿੱਚ ਕਿੱਦਾਂ ਹੋ ਜਾਂਦੇ ਆ। ਇਹ ਪੰਕਤੀ ਸਿੱਖ ਦੀ ਰੂਹ ਵਿੱਚ ਸਮਾਈ ਹੋਈ ਪੰਕਤੀ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦਾ ਤੇ ਨਾਲ ਕਲਗੀਧਰ ਪਿਤਾ ਦੇ ਬਚਨ ਪੜ੍ਹਦਾ, ਸਭ ਥਾਈਂ ਹੋਏ ਸਹਾਏ। ਹੁਣ ਤੁਸੀਂ ਸਾਰਾ ਇਤਿਹਾਸ ਝਾਤੀ ਮਾਰ ਕੇ ਵੇਖੋ, ਜਿੱਥੇ ਜਿੱਥੇ ਕੋਈ ਪ੍ਰੀਤ ਵਾਲੀ ਰੂਹ ਚੇਤੇ ਕਰਦੀ ਹੈ, ਮੇਰੇ ਸਤਿਗੁਰੂ ਜੀ ਕਿਸ ਤਰ੍ਹਾਂ ਦੇ ਪਰਉਪਕਾਰੀ ਨੇ ਜੀ। ਹੈ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਮਿਸਾਲ ਹੋਰ। ਇਸ ਧਰਤੀ ਉੱਤੇ ਭਗਤੀ ਕਰਨ ਵਾਲੇ ਲੋਕ ਗੁਫਾਵਾਂ 'ਚ ਜਾ ਕੇ ਬੈਠ ਗਏ, ਬਹੁਤ ਸਾਰੇ ਲੋਕ ਪਹਾੜਾਂ ਤੇ ਕੁੰਦਰਾਂ 'ਚ ਚਲੇ ਗਏ, ਬਹੁਤ ਸਾਰਿਆਂ ਨੇ ਧਰਤੀ ਅੰਦਰ ਭੋਰੇ ਪੱਟ ਲਏ। ਇਹੀ ਤੇ ਸ਼ੰਕਾ ਕੀਤਾ ਸੀ ਹਜ਼ਰਤ ਮੂਸਾ ਨੇ, ਜਿਨ੍ਹਾਂ ਨੂੰ ਮੂਸਾ ਰੋਪੜੀਆ ਕਿਹਾ ਜਾਂਦਾ ਸਾਧ ਸੰਗਤ, ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਪੁਰ ਸਾਹਿਬ ਕਿਉਂ ਵਸਾ ਰਹੇ ਆ। ਤੇ ਉਹਨਾਂ ਨੂੰ ਸਿੱਖਾਂ, ਉਹਨਾਂ ਨੇ ਨਾ ਹਜ਼ਰਤ ਮੂਸਾ ਰੋਪੜੀਆ ਨੇ ਸਿੱਖਾਂ ਨੂੰ ਵਿਅੰਗ ਦੇ ਰੂਪ 'ਚ ਕਿਹਾ ਸੀ ਵੀ ਗੁਰੂ ਸਾਹਿਬ ਜੀ ਤੇ ਮਾਇਆ ਦੀ ਨਿਰਲੇਪਤਾ ਦੀ ਗੱਲ ਕਰਦੇ ਆ।
महाराज ने कहा सी कल नूं आवीं तैनूं जवाब देवांगे, ते हाथ जोड़ के उन्हें कहा सी दाता रात जवाब मिल गया, मेरी निशा हो गई। मैं गल नूं संखेप करा, समय की सीमा च रहना। गुरमुखो वो मूसा रोपड़िया गुरु के प्रेम च इन्ना मतवाला हो जाता है जदों अंदर की तसल्ली हुंदी है, तो फिर जिथे बैठता वो धन गुरु तेग बहादुर महाराज नूं ध्याउंदा है। ये सिर्फ एक फिकरा नहीं है, एक अवस्था है। तो सिख जदों इस अवस्था च पहुँचता है ना, तेग बहादुर सिमरिया घर नौ निधे आवे धाए सब थाई होए सहाय। जदों सिख इस अवस्था च पहुँचता है तो उदों सिख नूं ये भरोसा बजदा है कि मेरा सतगुरु जिथे भी है वो मेरे अंग संग है, मेरी फरियाद जरूर सुनेगा। एक मैं होर अर्ज कर दियाँ, गुरु तेग बहादुर महाराज जी शहीदी देन तुरदे आ, ते जदों शहीदी देन तुरदे आ ते सानू सारिआं नूं पता, असीं सुनिया भी पंडित किरपा राम जी आए। हुण पंडित किरपा राम जी एवें नहीं आ गए साध संगत, वो घराना अड़ू राम जी का, ब्रह्मदत्त जी का, गुरु नानक साहब महाराज के वेले मटन तो जिहड़ा सी वो परिवार गुरु नानक के घर नाल जुड़िया सी। ते जदों जुल्मो सितम की हद हो गई उस धरती उत्ते, शेर अफगान ने जदों ये सारी जिम्मेवारी चुकी कि मैं कश्मीर तो धर्म परिवर्तन शुरू करावांगा, वो अत्याचार करन लगा, हर हीले हरबे फेल हो गए। तो वो घराना जिहड़ा गुरु नानक के दर नाल जुड़िया होया सी, जिस पंडित ब्रह्मदत्त नूं गुरु नानक साहब ने कहा सी कि पंडित जी विद्वान होना भली बात है, पर जे एक दी समझ ना आई तो सारी विद्या हंकार दी पंड तो बिना कख भी नहीं है। आप जी आसा जी की वार च गुरु के कीर्तनियां कोलों सुनदे हो बचन, मैं संखेप करा। एवें नहीं सी तुर पिया काफला साध संगत, सिੱਖੀ दी जाग लगी हुई सी। हुण जदों असीं ये सुणदे आ कि पंडित किरपा राम आए, पहली तो गल उन्हां दे घर च सिੱਖੀ दा बीज है, वो गुरु के शब्द नाल अपने पड़दादे के समय तो जुड़ चुके सन। दूसरी गल दूजी असीं सिख सुणदे आ कि गुरु साहब नूं शहीद जिहड़ा सी वो इस्लामिक हुकूमत ने कीता, ते औरंगजेब शर्त भी ये रखदा कि तुसीं जां अपना धर्म तब्दील कर लो, मुसलमान बन जाओ। तो कई बारी सानूं भुलेखा लगदा कि गुरु साहब एक फिरके दे हक विच ने, दूजे फिरके दे विरोध विच, कुदरती है जिहड़ा मारन वाला फिरका उहदे विरोध विच खड़े होवांगे। पर याद रखना मेरे सतगुरु ना किसी फिरके दे हक विच ने, ना किसी फिरके दे विरोध विच ने। मेरे गुरु नानक साहब जी का दर मजलूम दे हक विच है ते जालम दे विरोध विच है। वो समा भावें किसी वेले दा भी होवे, हाकम कोई भी होवे, मजलूम दी रखिया ते जरवाने दी पखिया, ये गुरु ने सानू समत दिती साध संगत। यही कारण है कि मूसा रोपड़िया जदों सैफ खान कोल बैठदा है, तुसीं जदों पटियाले दूख निवारण साहब नूं जांदे हो ते रस्ते च नगर आउंदा बहादुरगढ़। हुण सच ये गुरमुखो कि वह बहादुरगढ़ भी गुरु तेग बहादुर महाराज के नाम के उत्ते वसिया। उत्थे मुसलमान प्रेमी रहिंदा सैफ खान, महल बनाया उन्हें अपने रहण वास्ते। वो भी क्यों बनाया, एक बड़ी लंबेरी विथया, सतगुरु जी के चरणों में बैठ के वो सारी गल दसदा है। तो सच्चे पातशाह महाराज जी की प्रीत विच बझ जांदा है, क्योंकि गुरु तेग बहादुर महाराज की कीर्ति सुनदा है। मैं ये गल इसलिए कह रहा कि मत सोचना कि गुरु साहब जी का जिहड़ा सिद्धांत है वो किसी फिरके के हक च है, किसी के विरोध च है। महाराज ने इसे सोच विचों कढ़ के सानू ये समत दिती सी कि भले लोको इंसानियत नूं मजहबां फिरकियां विच वंड के टुकड़े ना करो। वाहिगुरू दी जोत सारियां विच एक है, उहदा भावें कोई जात होवे, कोई घराना होवे, ते तुसीं रोज़ पढ़दे हो सब मैं जोत जोत है सोई। ये गुरु नानक दी सिੱਖਿਆ साध संगत। हुण सैफ खां मूसा रोपड़िया की संगत करदा ते जदों तो मूसा रोपड़िया के अंदर की निशा हुई है, वो हर वेले गुरु तेग बहादुर महाराज दीयां बातां सुणाउंदा। ते ये अवस्था सैफ खां दी भी बन गई कि सब थाई होए सहाय। इन्हें घर बनाया, महाराज नूं उड़ीकना शुरू किया। समा अपनी चाले चलता गया ते हजूर जदों श्री आनंदपुर साहब तो तुरे आ ना जी, ते रस्ते ते सारे श्री फतेहगढ़ साहब के नेड़े नेड़े दे पिंड ने। पिंड घड़ूआ है, उस तो अगे थोड़ी जी आ जी असीं कि मुकारोंपुर है, फिर महाराज 9 लखा, तो फिर वो बहादुरगढ़ वाली जगह। सैफ खां हाथ जोड़ के सतगुरु जी नूं अपने घर लैके जांदा। थोड़ी तवज्जो दिओ साध संगत। बड़े ही अदब दे नाल महाराज नूं बिठाउंदा ते कहंदा सतगुरु जी मेरे घर चरण पाओ, मैं सेवा करनी है। सब थाई होए सहाय। मेरे सतगुरु जी हाज़र हुंदे आ ते इस घर दे अंदर जिथे महाराज नूं बिठाया जांदा ना जी, उत्थे 2 तरह के स्थान बनाए है। गुरु साहब जी समझ गए कि स्थान इबादत वास्ते बने हैं। एक जगह ते सतगुरां नूं बिठाया, कहंदा तुसीं बाणी पढ़ो, कीर्तन करो। गुरु साहब जी ने पूछा दूसरे पासे जिहड़ा थड़ा बनिया है काहदे वास्ते बनिया?
ਤੇ ਸੈਫ ਖਾਨ ਕਹਿੰਦਾ ਮਹਾਰਾਜ ਜੀ ਇਹ ਨਵਾਜ਼ ਅਦਾ ਕਰਨ ਵਾਸਤੇ ਬਣਿਆ, ਇੱਥੇ ਮੈਂ ਖੁਦਾ ਦੀ ਇਬਾਦਤ ਕਰਦਾ। ਤੇ ਗੁਰਮੁਖੋ ਸਾਨੂੰ ਇੱਕ ਫਿਕਰੇ ਨਾਲ ਗੁਰੂ ਦੀ ਸੋਚ ਸਮਝ ਵਿੱਚ ਆ ਜਾਏਗੀ। ਸਾਡਾ ਇਤਿਹਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੈਫ ਖਾਨ ਦੋ ਵੱਖਰੇ ਵੱਖਰੇ ਬਣਾਉਣ ਦੀ ਕੀ ਲੋੜ ਸੀ, ਉੱਥੇ ਬਹਿ ਕੇ ਤੂੰ ਖੁਦਾ ਕਹਿੰਦਾ, ਉੱਥੇ ਬੈਠ ਕੇ ਮੈਂ ਵਾਹਿਗੁਰੂ ਆਖਦਾ, ਉੱਥੇ ਬੈਠ ਕੇ ਤੂੰ ਨਵਾਜ਼ ਪੜ੍ਹਦਾ, ਉੱਥੇ ਬੈਠ ਕੇ ਅਸੀਂ ਕੀਰਤਨ ਕਰਦੇ। ਇਹ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ ਸਾਧ ਸੰਗਤ। ਜਿਸ ਕਰਕੇ ਮੈਂ ਸਦਾ ਕਹਿੰਦਾ ਕਿ ਜੇ ਮਨੁੱਖਤਾ ਬਚਾਉਣੀ ਹੈ ਤੇ ਅੱਜ ਇਨਸਾਨੀਅਤ ਨੂੰ ਗੁਰੂ ਨਾਨਕ ਦੀ ਸੋਚ ਤੋਂ ਵਾਕਫ ਕਰਾਉਣ ਦੀ ਲੋੜ ਹੈ। ਉਹਦੇ ਲਈ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਸਿੱਖਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਚੌਮਾਸਾ ਕੱਟਦੇ, ਇਤਿਹਾਸ ਕਹਿੰਦਾ ਕਿ ਲੰਬਾ ਸਮਾਂ ਜਿਹੜਾ ਚੌਮਾਸੇ ਦੇ ਲਗਭਗ 2-2.5 ਮਹੀਨੇ ਸੀ, ਉਹ ਮਹਾਰਾਜ ਨੇ ਬਹਾਦਰਗੜ੍ਹ ਸਾਹਿਬ ਖਾਨ ਦੇ ਘਰ ਕੱਟੇ ਆ। ਇੱਥੋਂ ਗੁਰਦੇਵ ਜੀ ਅੱਗੇ ਚਾਲੇ ਪਾਉਂਦੇ। ਮੈਂ ਮੋਟੀਆਂ-ਮੋਟੀਆਂ ਕੁਝ ਟੂਕਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਆਪਾਂ ਸੁਣਦੇ ਹਾਂ ਇਤਿਹਾਸ ਵਿੱਚ ਚਾਚਾ ਫੱਗੂ ਘਰ ਬਣਾਉਂਦਾ ਤੇ ਸਾਰਾ ਨਗਰ ਪੁੱਛਦਾ ਸਸਰਾਮ ਦੀ ਧਰਤੀ ਤੇ ਕਿ ਚਾਚਾ ਫੱਗੂ ਘਰ ਦਾ ਦਰਵਾਜ਼ਾ ਬੜਾ ਉੱਚਾ ਰੱਖਿਆ। ਹੁਣ ਕਿੱਥੇ ਬਿਹਾਰ ਦੀ ਧਰਤੀ 'ਚ ਸਸਰਾਮ, ਕਿੱਥੇ ਮਹਾਰਾਜ ਪੰਜਾਬ ਦੀ ਧਰਤੀ ਤੇ ਹੈ। ਤੇ ਹਜ਼ੂਰ ਜਦੋਂ ਪੰਜਾਬ ਵਿੱਚ ਵਿਚਰ ਰਹੇ ਆ, ਇਹ ਗੁਰੂ ਦਾ ਸਿੱਖ ਘਰ ਬਣਾਉਂਦਾ ਤੇ ਉੱਚਾ ਦਰਵਾਜ਼ਾ ਰੱਖਦਾ। ਪੁੱਛਣ ਵਾਲੇ ਕਹਿੰਦੇ ਦਰਵਾਜ਼ਾ ਬੜਾ ਅਸਾਧਾਰਨ ਰੱਖਿਆ। ਤੇ ਕਹਿੰਦਾ ਜੀ ਜਿੱਦਣ ਮੇਰੇ ਸਤਿਗੁਰੂ ਜੀ ਆਉਣਗੇ ਨਾ, ਸੱਚੇ ਪਾਤਸ਼ਾਹ ਜੀ ਨੂੰ ਘੋੜੇ ਤੋਂ ਨਾ ਉਤਰਨਾ ਪਵੇ, ਚੜੇ ਘੋੜੇ ਸਤਿਗੁਰੂ ਪ੍ਰਵੇਸ਼ ਕਰਨ। ਤੇ ਨਗਰ ਵਾਲੇ ਕਹਿੰਦੇ ਨੇ ਮਹਾਰਾਜ ਪੰਜਾਬ ਵਿੱਚ ਨੇ, ਉਹ ਕਿੱਥੇ ਇੱਥੇ ਆਉਣਗੇ। ਸਿਦਕ ਇੰਨਾ ਪੱਕਾ ਹੈ, ਤੇਗ ਬਹਾਦਰ ਸਿਮਰਿਆ, ਕਰ ਨੌਨ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਮਹਾਰਾਜ ਜੀ ਵਾਕਈ ਜਿੱਦਣ ਸਸਰਾਮ ਦੀ ਧਰਤੀ ਤੇ ਭਾਈ ਫੱਗੂ ਦੇ ਘਰ ਜਾਂਦੇ ਆ ਤੇ ਹਜ਼ੂਰ ਘੋੜੇ ਤੋਂ ਨਹੀਂ ਉਤਰਦੇ, ਸਿੱਖ ਦੀ ਸ਼ਰਧਾ ਨੂੰ ਫੜ ਲਾਉਂਦੇ ਆ। ਆਪਾਂ ਇਤਿਹਾਸ ਚੋਂ ਪੜ੍ਹਦੇ ਆ, ਢਾਕੇ ਦੀ ਧਰਤੀ ਤੇ ਗੁਰੂ ਸਾਹਿਬ ਜਾਂਦੇ ਆ। ਉੱਥੇ ਭਾਈ ਬਲਾਕਾ ਜੀ ਦੀ ਮਾਤਾ ਰੋਜ਼ ਬੰਦਗੀ 'ਚ ਲੀਨ ਹੁੰਦੀ ਆ ਤੇ ਬੜੀ ਰੀਝ ਦੇ ਨਾਲ ਇੱਕ ਬਿਸਤਰਾ ਵਿਛਾ ਲੈਂਦੀ ਕੋਲ, ਆਪ ਚਰਨਾਂ 'ਚ ਬੈਠ ਕੇ ਬੰਦਗੀ ਕਰਨ ਲੱਗ ਪੈਂਦੀ ਹੈ ਜੀ। ਲੋਕ ਪੁੱਛਦੇ ਨੇ ਮਾਤਾ ਬਿਸਤਰਾ ਵਿਛਾ ਕੇ ਆਪ ਉੱਪਰ ਨਹੀਂ ਬਹਿੰਦੀ, ਪਾਸੇ ਬਹਿ ਜਾਂਦੀਆਂ, ਸਮਾਧੀ ਲਾ ਕੇ ਗੁਰੂ ਗੁਰੂ ਜਪਦੀਆਂ ਤੇ ਬਿਸਤਰਾ ਕਿਉਂ ਵਿਛਾਉਂਦੀਆਂ। ਕਹਿੰਦੀ ਮੈਂ ਗੁਰੂ ਨਹੀਂ ਸਿਮਰਦੀ, ਮੈਂ ਸਤਿਗੁਰੂ ਜੀ ਨੂੰ ਧਿਆਉਂਦੀ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਵਾਜ਼ਾਂ ਮਾਰਦੀਆਂ। ਤੇ ਮੇਰਾ ਨਿਸ਼ਚਾ ਕਹਿੰਦਾ ਕਿ ਤੇਗ ਬਹਾਦਰ ਸਿਮਰਿਆ, ਕਰ ਨੌਨ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿੱਦਣ ਸਭ ਥਾਈ ਸਹਾਈ ਹੋਣ ਵਾਲਾ ਪਾਤਸ਼ਾਹ ਆਇਆ ਤੇ ਮੈਂ ਫਿਰ ਉੱਠ ਕੇ ਬਿਸਤਰੇ ਲੱਭਦੀ ਫਿਰਾਂਗੀ। ਇਸ ਲਈ ਪਹਿਲਾਂ ਬਿਸਤਰਾ ਵਿਛਾ ਕੇ ਉਡੀਕਦੀਆਂ ਕਿ ਸਭ ਥਾਈ ਸਹਾਈ ਹੋਣ ਵਾਲਾ ਜ਼ਰੂਰ ਆਵੇਗਾ। ਮਹਾਰਾਜ ਕਿੱਥੇ ਮੰਜ਼ਲਾਂ ਮਾਰਦੇ ਢਾਕੇ ਦੀ ਧਰਤੀ ਤੇ ਜਾਂਦੇ ਆ ਤੇ ਉਸ ਮਾਤਾ ਦੇ ਵਿਛੇ ਹੋਏ ਬਿਸਤਰ ਤੇ ਬੈਠ ਕੇ ਉਹਦੀ ਭਾਵਨਾ ਨੂੰ ਫਲ ਲਾ ਦਿੰਦੇ, ਜਿੱਥੇ ਜਿੱਥੇ ਕੋਈ ਪਿਆਰ ਨਾਲ ਯਾਦ ਕਰਦਾ। ਹੁਣ ਮੈਂ ਬੇਨਤੀ ਕਰ ਰਿਹਾ ਸੀ, ਭਗਤੀਆਂ ਕਰਨ ਵਾਲੇ ਲੋਕ ਵੇਖੋ, ਕਿਸੇ ਦੀ ਭਗਤੀ ਤੇ ਮੈਂ ਕੋਈ ਕਮੈਂਟ ਨਹੀਂ ਕਰਦਾ, ਕੋਈ ਸ਼ੱਕ ਨਹੀਂ ਹੈ। ਭਾਵੇਂ ਕੋਈ ਨਿਰਗੁਣ ਦੀ ਭਗਤੀ ਕਰਦਾ ਸੀ, ਭਾਵੇਂ ਸਰਗੁਣ ਦੀ ਭਗਤੀ ਕਰਦਾ, ਭਾਵੇਂ ਕੋਈ ਪਹਾੜਾਂ 'ਚ ਬਹਿ ਕੇ ਕਰਦਾ, ਭਾਵੇਂ ਘਰ ਬੈਠ ਕੇ ਕਰਦਾ, ਪਰ ਭਗਤੀ ਕਰਨ ਵਾਲੇ ਕਹਿੰਦੇ ਸੀ ਸਾਨੂੰ ਸਮਾਜ ਨਾਲ ਕੀ ਲੱਗੇ, ਸਾਨੂੰ ਸੰਸਾਰ ਨਾਲ ਕੀ ਲੱਗੇ। ਵਾਹ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿੰਨੀ ਚਿੰਤਾ ਕਰਦੇ ਆ ਸੰਸਾਰ ਦੀ। ਸਾਧ ਸੰਗਤ ਕਿੰਨੇ ਫਿਕਰਮੰਦ ਨੇ ਉਹ ਸੰਸਾਰ ਲਈ। ਉਹ ਦੁਨੀਆ ਦੀ ਪੀੜਾ, ਜਾਂ ਉਹ ਕਹਿੰਦੇ ਸਾਨੂੰ ਕੀ ਫਰਕ ਪੈਂਦਾ ਵੀ ਅਸੀਂ ਤੇ ਭਗਤੀ ਕਰਨੀ ਹੈ, ਕਿਸੇ ਦੇ ਜੰਜੂ ਉਤਰ ਰਹੇ ਨੇ ਉਤਰੀ ਜਾਣ, ਕਿਸੇ ਦੇ ਸਿਰ ਕਲਮ ਹੋ ਰਹੇ ਨੇ ਹੋਈ ਜਾਣ। ਮਹਾਰਾਜ ਕਹਿੰਦੇ ਨਹੀਂ, ਉਹ ਭਗਤੀ ਕਿਸ ਕੰਮ ਦੀ ਜੇ ਸਾਡੀਆਂ ਅੱਖਾਂ ਸਾਹਮਣੇ ਜ਼ੁਲਮ ਹੋ ਰਿਹਾ ਹੋਵੇ। ਉਹ ਭਗਤ ਕਾਹਦਾ ਜੀ ਸਾਧ ਸੰਗਤ। ਭਗਤੀ ਉਹ ਹੁੰਦਾ ਜਿਹਦਾ ਹਿਰਦਾ ਕਰੁਣਾਮਈ ਹੋਵੇ, ਭਗਤੀ ਉਹ ਹੁੰਦਾ ਜਿਹਦਾ ਹਿਰਦਾ ਦਰਵ ਜਾਂਦਾ ਹੋਵੇ, ਭਗਤੀ ਉਹ ਹੁੰਦਾ ਜਿਹੜਾ ਦੂਜੇ ਦੀ ਪੀੜਾ ਨੂੰ ਆਪਣੀ ਪੀੜਾ ਸਮਝਦਾ ਹੋਵੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਕਿਉਂ ਸਿੱਖ ਲੰਗਰ ਲਾ ਕੇ ਤੁਰ ਪਏ ਬਈ। ਇੱਥੇ ਇਸੇ ਦਿੱਲੀ ਦੇ ਅੰਦਰ ਵਕਤ ਦੀਆਂ ਤਾਕਤਾਂ ਦੇ ਹੱਥ ਖੜੇ ਹੋ ਗਏ ਵੀ ਸਾਡੇ ਕੋਲ ਆਕਸੀਜਨ ਪੂਰੀ ਨਹੀਂ ਹੋ ਰਹੀ, ਇਹ ਸਿੱਖਾਂ ਦੀ ਝੋਲੀ 'ਚ ਰਾਤ ਕਿਉਂ ਪੈ ਗਈ ਪਈ। ਉਹ ਵੱਖਰੀ ਗੱਲ ਹੈ ਸਾਧ ਸੰਗਤ ਕਿ ਸਿੱਖਾਂ ਨੂੰ ਇਹਦੇ ਵਿੱਚ ਕੀ ਮਿਲਦਾ ਰਿਹਾ, ਉਹ ਅਲੱਗ ਗੱਲ ਹੈ। ਮੈਂ ਤੇ ਵਧਾਈ ਦਿੰਦਾ, ਪ੍ਰਧਾਨ ਜੀ ਬੈਠੇ ਹੋਏ ਆ ਵੀ ਅੱਜ ਹੋਰ ਬੜਾ ਇੱਕ ਕ੍ਰਿਸ਼ਮਾ ਹੋਇਆ, ਸਾਰਿਆਂ ਨੂੰ ਮੁਬਾਰਕ ਹੈ। ਭਾਰਤ ਦੇ ਅੰਦਰ ਵਧਾਈ ਹੋਏ ਭਾਰਤ ਦੇ ਵਸਣ ਵਾਲਿਆਂ ਤੇ ਦੁਨੀਆ ਵਾਲਿਆਂ ਨੂੰ। ਵੇਖੋ ਕਿੱਡੇ ਕਮਾਲ ਦਾ ਅੱਜ ਖੋਜ ਹੋਈ ਆ ਵੀ ਮੇਰੇ ਖਿਆਲ 39 ਸਾਲ ਹੋ ਗਏ ਜੀ 84 ਵਰਤਿਆਂ ਨੂੰ, ਤੇ 39 ਸਾਲਾਂ ਵਿੱਚ ਇੱਕ ਨਵੀਂ ਖੋਜ ਹੋਈ ਆ ਵੀ ਆਵਾਜ਼ ਪਰਖਣ ਵਾਲੀ ਜਿਹੜੀ ਆ ਨਾ ਉਹ ਸਿਸਟਮ ਅੱਜ ਸ਼ੁਰੂ ਹੋਇਆ। ਸ਼ਾਇਦ 39 ਸਾਲਾਂ 'ਚ ਆਵਾਜ਼ ਹੀ ਨਹੀਂ ਪਰਖੀ ਗਈ ਜਿਹਨਾਂ ਲੋਕਾਂ ਨੇ ਸਿੱਖਾਂ ਦਾ ਕਤਲੇਆਮ ਕਰਾਇਆ ਤੇ ਇਸੇ ਸੀਸਗੰਜ ਦੇ ਉੱਤੇ ਪੱਥਰ ਮਾਰੇ, ਇੱਥੇ ਵੀ ਹਮਲਾਵਰ ਹੋਏ। ਉਹ ਅਲੱਗ ਗੱਲ ਹੈ ਸਾਧ ਸੰਗਤ, ਸਿੱਖਾਂ ਨੂੰ ਕੀ ਮਿਲਿਆ। ਪਰ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਿਖਾਇਆ ਕਿ ਪੀੜਾ ਕਿਸੇ ਦੀ ਹੋਵੇ, ਦਿਲ ਸਿੱਖ ਦਾ ਦਰਵਣਾ, ਉਹ ਕੋਈ ਵੀ ਹੋ ਸਕਦਾ ਸਾਧ ਸੰਗਤ। ਉੱਥੇ ਫਿਰਕੇ ਨਹੀਂ ਵੇਖੇ ਜਾਣੇ ਤੇ ਨਾ ਹੀ ਉੱਥੇ ਰਾਸ਼ਟਰਵਾਦ ਦੀਆਂ ਕੰਧਾਂ ਵੇਖੀਆਂ ਜਾਣੀਆਂ।
ਅੱਜ ਦੁਨੀਆ ਵਿੱਚ ਸਿੱਖ ਬੈਠਾ ਤੇ ਸਾਰੀ ਦੁਨੀਆ ਵਿੱਚ ਜਦੋਂ ਲੋਕੀ ਤਰਾਹ ਤਰਾਹ ਕਰਦੇ, ਭੋਜਨ ਤੋਂ ਖੌਫਜ਼ਦਾ ਹੋਏ, ਭੋਜਨ ਤੋਂ ਆਤਰ ਹੋਏ ਅੰਦਰ ਹੀ ਵੜ ਗਏ। ਸਾਰੀ ਦੁਨੀਆ ਦੇ ਸਿੱਖਾਂ ਨੇ ਸੇਵਾਵਾਂ ਕੀਤੀਆਂ। ਆਪ ਜੀ ਦੀ ਝੋਲੀ 'ਚ, ਦਿੱਲੀ ਕਮੇਟੀ ਦੀ ਝੋਲੀ 'ਚ ਉਸ ਵੇਲੇ ਵੱਡੀਆਂ ਸੇਵਾਵਾਂ ਆਈਆਂ। ਬਹੁਤ ਸੇਵਾ ਤੁਸੀਂ ਕੀਤੀ। ਇਹੀ ਗੁਰੂ ਨੇ ਸਿਖਾਇਆ ਸੀ ਸਾਨੂੰ ਸਾਧ ਸੰਗਤ। ਰਾਜਾ ਚੱਕਰਧਵਜ, ਕਿੱਡੀ ਵੱਡੀ ਭਿਆਨਕ ਲੜਾਈ ਹੋਣੀ ਸੀ ਜੇ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਦੇ ਨਾਲ ਅਸਥਾਮ ਨਾ ਜਾਂਦੇ। ਹੁਣ ਜੇ ਅਸੀਂ ਕਹੀਏ ਵੀ ਭਗਤੀ ਕਰਨ ਵਾਲਿਆਂ ਨੂੰ ਕੀ ਲੱਗੇ ਰਾਜਿਆਂ ਨਾਲ ਜੀ, ਅਸੀਂ ਨਾ ਇੱਥੋਂ ਆਪਣੇ ਆਪ ਨੂੰ ਖਹਿੜਾ ਛਡਾਉਣਾ ਚਾਹੁੰਦੇ ਆ ਵੀ ਅਸੀਂ ਰਾਜਿਆਂ ਦੇ ਨਾਲ ਤੁਰ ਕੇ ਕੀ ਲੈਣਾ ਜੀ, ਸਾਡਾ ਰਾਜਿਆਂ ਨਾਲ ਕੀ ਸੰਬੰਧ। ਨਹੀਂ ਭਾਈ, ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਦੇ ਨਾਲ ਕਿੱਥੇ ਵੇਖੋ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੋਣ ਵਾਲਾ ਹੈ। ਕਿੱਡੀ ਵੱਡੀ ਜ਼ਿੰਮੇਵਾਰੀ ਹੈ। ਕਿੰਨੇ ਵਰਿਆਂ ਦੇ ਬਾਅਦ ਘਰ ਵਿੱਚ ਬਾਲਕ ਨੇ ਆਗਮਨ ਕਰਨਾ ਹੈ। ਫਿਰ ਪਟਨਾ ਸਾਹਿਬ ਵਿੱਚ ਕੋਈ ਬਹੁਤੇ ਸਿੱਖ ਨਹੀਂ ਵੱਸਦੇ, ਪਰ ਕਿੰਨੀ ਵੱਡੀ ਫਿਕਰ ਹੈ ਕਿ ਦੋ ਤਾਕਤਾਂ ਆਪਸ ਵਿੱਚ ਲੜ ਕੇ ਮਰਨਗੀਆਂ, ਕਿੰਨਾ ਖੂਨ ਡੁੱਲੇਗਾ। ਮਹਾਰਾਜ ਜੀ ਨਾਲ ਗਏ ਅਸਾਮ ਦੀ ਧਰਤੀ ਤੇ, ਰਾਜਾ ਰਾਮ ਸਿੰਘ ਤੇ ਚੱਕਰਧਵਜ ਦੀ ਆਪਸ 'ਚ ਸੁਲ੍ਹਾ ਕਰਵਾਈ ਤੇ ਉਹਨਾਂ ਨੂੰ ਦੱਸਿਆ ਕਿ ਜੇ ਆਪਸ ਵਿੱਚ ਲੜੋਗੇ ਤੇ ਦੁਸ਼ਮਣ ਨੂੰ ਤਾਕਤ ਮਿਲੇਗੀ। ਇਸ ਵਾਸਤੇ ਇਨਸਾਨੀਅਤ ਇਹ ਹੈ ਕਿ ਆਪਸ ਵਿੱਚ ਪਿਆਰ ਕਰੋ। ਦੋਨਾਂ ਰਾਜਿਆਂ ਦੀਆਂ ਫੌਜਾਂ ਨੇ, ਵੇਖੋ ਜਦੋਂ ਵਿੱਚ ਗੁਰੂ ਜਾਮਨ ਹੁੰਦਾ ਨਾ, ਗੁਰੂ ਵਿੱਚ ਬੈਠਦਾ। ਭਾਗਾਂ ਵਾਲਿਓ, ਜਨਮ ਸਾਖੀ ਪੜ੍ਹਦੇ ਨਾ, ਮੈਂ ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਦੇ ਆ। ਜਦੋਂ ਅਸੀਂ ਜਨਮ ਸਾਖੀ ਪੜ੍ਹਦੇ ਆ ਨਾ ਜੀ, ਤੇ ਉਹਦੇ 'ਚ ਜ਼ਿਕਰ ਆਉਂਦਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੱਜੇ ਖੱਬੇ ਦੋ ਸਾਥੀ ਨੇ ਤੇ ਉਹਨਾਂ ਨੂੰ ਜੋਗੀ ਪੁੱਛਦੇ ਨੇ, ਮਹਾਰਾਜ ਇਹ ਤੁਹਾਡੇ ਨੌਕਰ ਨੇ? ਤੇ ਉਹ ਕਹਿੰਦੇ ਨੇ ਨਹੀਂ, ਇਹ ਨੌਕਰ ਨਹੀਂ ਹਨ। ਫਿਰ ਜੋਗੀ ਪੁੱਛਦੇ ਨੇ ਤੁਹਾਡੇ ਚੇਲੇ ਨੇ? ਤੇ ਕਹਿੰਦੇ ਨਹੀਂ, ਇਹ ਚੇਲੇ ਵੀ ਨਹੀਂ ਹਨ। ਤੇ ਕਹਿੰਦੇ ਕੌਣ ਨੇ? ਤੇ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਆ ਜੀ? ਕਹਿੰਦੇ ਇਹ ਭਾਈ ਨੇ, ਭਾਈ, ਇਹ ਮੇਰੇ ਭਾਈ ਨੇ। ਇਹ ਭਾਈ ਮਰਦਾਨਾ ਹੈ, ਇਹ ਭਾਈ ਬਾਲਾ, ਜਨਮ ਸਾਖੀ ਦੇ ਅਨੁਸਾਰ। ਤੇ ਫਿਰ ਪੁੱਛਣ ਵਾਲੇ ਕਹਿੰਦੇ ਨੇ ਇਹ ਮੁਸਲਮਾਨ ਹੈ, ਇਹ ਹਿੰਦੂ ਹੈ। ਇਹਦਾ ਜਨਮ ਮੁਸਲਮਾਨਾਂ ਦੇ ਘਰ ਹੋਇਆ, ਇਹਦਾ ਜਨਮ ਹਿੰਦੂਆਂ ਦੇ ਘਰ ਹੋਇਆ। ਤੇ ਗੁਰੂ ਨਾਨਕ, ਵੇਖੋ ਇਹ ਇੱਕ ਸਿਧਾਂਤ ਹੈ ਗੁਰਮੁਖੋ, ਸਿਰਫ ਸਾਖੀ ਨਹੀਂ। ਇੱਧਰ ਮੁਸਲਮਾਨ ਹੈ, ਇੱਧਰ ਹਿੰਦੂ, ਜਾਂ ਕੋਈ ਵੀ ਦੁਨੀਆ ਦਾ ਹੋਵੇ, ਜਦੋਂ ਵਿੱਚ ਗੁਰੂ ਨਾਨਕ ਹੈ ਨਾ, ਤੇ ਫਿਰ ਉਹ ਦੋਨੋਂ ਭਾਈ ਹੋ ਜਾਂਦੇ ਆ, ਫਿਰ ਉਹ ਵੱਖਰੇ ਵੱਖਰੇ ਨਹੀਂ ਰਹਿੰਦੇ। ਜੇ ਅਸੀਂ ਦੁਨੀਆ ਨੂੰ ਭਾਈ ਬਣਨਾ ਸਿਖਾਉਣਾ ਹੈ ਨਾ, ਤੇ ਫਿਰ ਸਾਨੂੰ ਜ਼ਰੂਰਤ ਹੋਏਗੀ ਕਿ ਅਸੀਂ ਗੁਰੂ ਨੂੰ ਜਾਮਨ ਬਣਾਈਏ। ਅੱਜ ਬੜੀ ਵੱਡੀ ਲੋੜ ਹੈ ਇਸ ਦੇਸ਼ ਨੂੰ ਵੀ, ਇਸ ਧਰਤੀ ਨੂੰ ਵੀ। ਔਰ ਜੇ ਸਾਰੀ ਦੁਨੀਆ ਦੇ ਉੱਤੇ ਵਾਕਈ ਕੋਈ ਸ਼ਾਂਤੀ ਦਾ ਮਸੀਹਾ ਹੈ, ਜੇ ਸਾਰੀ ਦੁਨੀਆ ਦੇ ਹਿੱਤਾਂ ਵਾਸਤੇ ਕੋਈ ਜੂਝਣ ਦੀ ਜਾਚ ਦੱਸਦਾ ਕਿ ਜੇ ਦੂਜਿਆਂ ਦੇ ਹੱਕਾਂ ਲਈ ਕੋਈ ਹਾਂ ਦਾ ਨਾਰਾ ਮਾਰਦਾ, ਉਹ ਗੁਰੂ ਤੇਗ ਬਹਾਦਰ ਮਹਾਰਾਜ ਨੇ। ਇਹ ਧਰਤੀ ਇਸੇ ਲਈ ਵਸ ਰਹੀ ਹੈ ਸਾਧ ਸੰਗਤ, ਇਹ ਦੇਸ਼ ਇਸੇ ਲਈ ਵਸ ਰਿਹਾ। ਇਹਦੇ ਤੋਂ ਵੱਡੇ ਭਾਗ ਕੀ ਹੋਣੇ ਆ ਵੀ ਇਸ ਧਰਤੀ ਦੀ ਝੋਲੀ 'ਚ ਗੁਰੂ ਤੇਗ ਬਹਾਦਰ ਮਹਾਰਾਜ ਵਰਗੀ ਸ਼ਖਸੀਅਤ ਪਈ ਹੈ। ਜਿੰਨਾ ਮਾਣ ਕਰੀਏ ਉਹਨਾਂ ਥੋੜਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੰਨਾ ਸਾਨੂੰ ਸਿਧਾਂਤ ਦਿੱਤਾ, ਜਿੰਨਾ ਸਾਨੂੰ ਜੀਉ ਕੇ ਇਤਿਹਾਸ ਦਿੱਤਾ, ਜਿਹੜਾ ਸਾਨੂੰ ਕਰਨੀ ਨਾਮਾ ਦਿੱਤਾ, ਉਹ ਸਾਡੀ ਜ਼ਿੰਦਗੀ ਪਲਟਣ ਵਾਲਾ ਹੈ। ਅੱਜ ਮੈਂ ਸਮਝਦਾ ਸਾਰੀ ਮਨੁੱਖਤਾ ਵਾਸਤੇ ਬੜਾ ਮੁਬਾਰਕ ਦਿਨ ਹੈ, ਸਿਰਫ ਸਿੱਖਾਂ ਵਾਸਤੇ ਨਹੀਂ, ਸਾਰੀ ਮਨੁੱਖਤਾ ਵਾਸਤੇ, ਔਰ ਖਾਸ ਕਰਕੇ ਭਾਰਤ ਵਰਸ਼ ਵਾਸਤੇ। ਬਹੁਤ ਵੱਡਾ ਸ਼ੁਕਰ ਅੱਜ ਭਾਰਤ ਵਾਸੀਆਂ ਨੂੰ ਕਰਨ ਦੀ ਲੋੜ ਸੀ, ਕਿਉਂਕਿ ਭਾਰਤ ਦਾ ਨਕਸ਼ਾ ਇਹ ਨਹੀਂ ਸੀ ਹੋਣਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਨਾ ਹੁੰਦੇ। ਇਸੇ ਧਰਤੀ ਉੱਤੇ ਜਦੋਂ ਕਦੀ ਜ਼ੁਲਮ ਨੂੰ ਵੰਗਾਰਦੇ ਆ, ਤੇ ਸਾਡੇ ਵਿਦਵਾਨ ਉਹਨੂੰ ਕਵਿਤਾ ਰੂਪ 'ਚ ਬੜੇ ਸੋਹਣੇ ਦੋ ਬੋਲ ਲਿਖੇ ਸਾਧ ਸੰਗਤ। ਕਹਿੰਦੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਆਵਾਜ਼ ਇਸ ਫਿਜ਼ਾ ਵਿੱਚ ਗੂੰਜੀ। ਭਾਵਨਾ ਗੁਰੂ ਸਾਹਿਬ ਜੀ ਦੀ ਹੈ, ਬੋਲ ਵਿਦਵਾਨ ਨੇ ਲਿਖੇ ਆ। ਜਿਸ ਧਰਤੀ ਤੇ ਤੁਸੀਂ ਬੈਠੇ ਹੋ, ਇਸ ਫਿਜ਼ਾ ਦੇ ਅੰਦਰ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਵਾਜ਼ ਗੂੰਜਦੀ ਹੈ। ਇਹਦੇ ਜ਼ਰਰੇ ਜ਼ਰਰੇ 'ਚ, ਇਹਦੇ ਕਣ ਕਣ ਵਿੱਚ ਸਾਡੇ ਕੋਲ ਸੁਣਨ ਵਾਲੇ ਕੰਨ ਹੋਣ, ਸਾਡੇ ਕੋਲ ਵੇਖਣ ਵਾਲੀ ਅੱਖ ਹੋਵੇ। ਇਸ ਮਿੱਟੀ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦਾ ਖੂਨ ਸਿੰਜਿਆ ਹੋਇਆ ਗੁਰਮੁਖੋ। ਉਸ ਖੂਨ ਦੀ ਮਹਿਕ ਆਉਂਦੀ ਹੈ। ਪਰ ਜੇ ਸਾਡੀ ਜ਼ਮੀਰ ਜਿੰਦਾ ਹੋਵੇ, ਫਿਰ ਸਾਨੂੰ ਅਹਿਸਾਸ ਹੋਏਗਾ ਕਿ ਇਹ ਮਿੱਟੀ ਕਿੰਨੀ ਅਨਮੋਲ ਹੈ, ਕਿੰਨੀ ਭਾਗਾਂ ਭਰੀ ਹੈ। ਆਖਿਆ ਮੈਂ ਤੇਗ ਬਹਾਦਰ ਹਾਂ, ਤੇ ਮੈਨੂੰ ਚੁਣੌਤੀ ਦੇਣ ਵਾਲਿਆ, ਤੂੰ ਤੇਗਾਂ ਪਰਖਣ ਵਾਸਤੇ ਬੈਠਾ। ਯਾਦ ਰੱਖੀ, ਇਸ ਧਰਤੀ ਉੱਤੇ ਤੇਗਾਂ ਦਾ ਮੀਂਹ ਵਰੇਗਾ, ਤੇਰੇ ਜ਼ੁਲਮ ਦਾ ਨਾਸ਼ ਹੋਏਗਾ। ਔਰ ਕਮਾਲ ਦਾ ਫਿਰ ਆਵਾਜ਼, ਮੈਂ ਕਹਿੰਦਾ ਉਹ ਸੀਸਗੰਜ ਸਾਹਿਬ ਦੀ ਧਰਤੀ ਤੋਂ ਉੱਠੀ ਆਵਾਜ਼ ਸੀ, ਜਿਹੜੀ ਆਵਾਜ਼ ਫਿਰ ਸਰਹੰਦ ਦੀ ਧਰਤੀ ਉੱਤੇ ਸਾਹਿਬਜ਼ਾਦਿਆਂ ਦੇ ਮੁਖ ਚੋਂ ਨਿਕਲਦੀ ਹੈ। ਕਦੀ ਇਤਿਹਾਸ ਨੂੰ ਪੜ੍ਹੀਏ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਆਖਰੀ ਬੋਲ ਕੀ ਸਨ?
ਉਹ ਸੀਸਗੰਜ ਸਾਹਿਬ ਦਾ ਹੀ ਸੁਨੇਹਾ ਸੀ। ਇਹਦੇ ਤੋਂ ਵੱਡੀ ਜਿਹੜੀ ਕੰਬੀਨੇਸ਼ਨ ਆ ਕੋਈ ਦੁਨੀਆ 'ਚ ਦੂਜੀ ਨਹੀਂ ਹੈ। ਜਿਹੜੀ ਆਵਾਜ਼ ਸੀਸਗੰਜ ਸਾਹਿਬ ਤੋਂ ਉੱਠਦੀ ਹੈ ਉਹ ਫਿਰ ਸਰਹੰਦ ਦੀ ਧਰਤੀ ਤੋਂ ਉੱਠਦੀ ਹੈ ਕਿ ਵਕਤ ਦੇ ਹਾਕਮ ਕਹਿੰਦੇ ਆ ਕਿ ਜੇ ਤੁਸੀਂ ਨਹੀਂ ਨਾ ਮੰਨਦੇ ਤੇ ਮੌਤ ਬਹੁਤ ਭਿਆਨਕ ਹੋਏਗੀ, ਕਿਉਂਕਿ ਅਸੀਂ ਉਹ ਜਲਾਦ ਹਾਂ ਜਿਨ੍ਹਾਂ ਨੇ ਹੱਥਾਂ 'ਚ ਛੁਰੇ ਫੜੇ ਸੀ। ਕਹਿੰਦੇ ਸਾਡੇ ਵਡੇਰਿਆਂ ਨੇ ਤੁਹਾਡੇ ਦਾਦੇ ਦੇ ਦਾਦੇ ਦੀ ਲੋਹ ਹੇਠਾਂ ਅੱਗ ਬਾਲੀ ਸੀ। ਜਲਾਦ ਨੂਰੂਦੀਨ ਸਮਾਣੇ ਦਾ ਰਹਿਣ ਵਾਲਾ, ਗੁਰੂ ਤੇਗ ਬਹਾਦਰ ਮਹਾਰਾਜ ਦੇ ਦਾਦੇ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਲੋਹ ਥੱਲੇ ਅੱਗ ਬਾਲਦਾ ਹੈ। ਜਲਾਦ ਜਲਾਲੂਦੀਨ ਸਮਾਣੇ ਦਾ ਰਹਿਣ ਵਾਲਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਕਲਮ ਕਰਦਾ ਹੈ। ਤੇ ਸ਼ਾਸਲ ਬੇਗ ਬਾਸ਼ਲ ਬੇਗ ਕਹਿੰਦੇ ਨੇ ਸਾਡੇ ਵੱਡੇ ਵਡੇਰੇ ਤੁਹਾਡੇ ਦਾਦੇ ਦੇ ਦਾਦੇ ਦੀ ਲੋਹ ਥੱਲੇ ਅੱਗ ਬਾਲ ਰਹੇ ਆ। ਸਾਡੇ ਵੱਡੇ ਵਡੇਰੇ ਸਮਾਣੇ ਦੇ ਤੁਹਾਡੇ ਦਾਦੇ ਦਾ ਸੀਸ ਕਲਮ ਕਰ ਰਹੇ ਆ ਚਾਂਦਨੀ ਚੌਂਕ 'ਚ। ਤੇ ਸਾਡੇ ਪੱਥਰ ਵਰਗੇ ਦਿਲ ਨੇ, ਹੱਥ ਕੰਬਣੇ ਨਹੀਂ, ਰੂਹ ਡੋਲਣੀ ਨਹੀਂ ਸਾਡੀ। ਅਸੀਂ ਤੁਹਾਡੇ ਸਿਰ ਜਦੋਂ ਧੜ ਤੋਂ ਜੁਦਾ ਕਰਾਂਗੇ, ਤੜਪਾ ਤੜਪਾ ਕੇ ਸਰੀਰ ਨੂੰ ਜਿਵਾ ਕਰਾਂਗੇ। ਅਜੇ ਵੀ ਵਕਤ ਹੈ, ਧਰਮ ਤਿਆਗ ਦਿਓ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਵਾਜ਼ ਕੀ ਸੀ? ਭੱਟ ਚਾਂਦ ਜੀ ਕਹਿੰਦੇ ਆ ਤੇਗ ਬਹਾਦਰ ਬੋਲਿਆ ਧਰ ਪਾਈ ਹੈ ਧਰਮ ਨਾ ਛੋਡੀ ਹੈ, ਬਾਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋਡੀ ਹੈ। ਇੱਥੇ ਧਰਮ ਨਹੀਂ ਤਿਆਗਿਆ ਜਾ ਸਕਦਾ। ਤੇ ਉਹ ਸਾਡੇ ਇਤਿਹਾਸ ਵਿੱਚ ਅੰਕਿਤ ਬੋਲ ਨੇ, ਕਹਿੰਦੇ ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿ ਸਾਡੇ ਦਾਦਿਆਂ ਨੇ ਸਾਨੂੰ ਇਹ ਸਿਖਾ ਦਿੱਤਾ, ਤੁਸੀਂ ਖਾਨਦਾਨੀ ਜਲਾਦ ਹੋ ਤੇ ਅਸੀਂ ਖਾਨਦਾਨੀ ਸ਼ਹੀਦ ਹਾਂ। हमरे बंस रीत एम आई सीस देत पर धर्म ना जाई। ये साडी कुल दी रीत है कि असी सीस कुर्बान कर देंदे आ पर धर्म नहीं त्यागदे। धर्म भावें किसे दा भी होवे ओहदे लई भी सीस देना पवे, साडा सीस हाज़र है। सो भागां वालिओ, ये धरती बोल रही है, ये मिट्टी बोलदी है। दुनिया च वसदे सिखां नूं मैं बेनती करांगा, अपने इतिहासक स्थानां तो ना टुटो, अपने बच्चिआं नूं लैके धरती ते आओ। इस धरती ते बैठ के एक जड़ी फीलिंग आनी है, यकीन करियो दुनिया तो वक्री होएगी। जिथे जिथे साडा इतिहास सिरजिया, शहीदां दा खून डुलिया, वो रंग चढ़ेगा साडे बच्चिआं दे मनां नूं जरूर जदों समां लगदा। जिथे तुहानूं अज प्रकाश पुरब दीआं बहुत मुबारकां ने, उत्थे जिथे भी बैठे हो सुरत करके अपने इतिहास नाल जुड़ो, इतिहासक घटनावां नाल जुड़ो ते नाल इतिहासक स्थानां नाल भी जुड़ो। सारी संगत नूं, तुहानूं सारे गुरसिखां नूं बहुत बहुत मुबारकबाद। बहुत वड्डा इकट्ठ है, सारे प्रबंध मैनूं यह लगता भी ये भी तुहानूं मुबारकी है भी तुहाडे प्रबंध सारे फिक्के पै गए आ। इन्ना वड्डा संगत दा वड्डा जड़ा दर्शन इत्थे वड्डी गिनती च हो रहे आ। मैनूं भी थोड़ा जोर ला के बोलना पिया। तो महाराज इदां ही चढ़दी कला बख्शन, तुसीं दुनिया च जिथे भी विचरो पंथ तेरे दियां गूंजां दिनों दिन पैंदियां रहणगीਆਂ। और वो साडे किरदार करके, साडी सेवा करके, साडी मनुखता दे भले वाली जिहड़ी बिरती गुरु ने दित्ती है, जिहड़ी धर्म दी धुजा चलाउण वास्ते सानूं कुर्बानी दा जज्बा दित्ता है, इस जज्बे ने साडी धवज नूं उच्चियां चलाउणा है। तो तुहानूं सब नूं बहुत बहुत मुबारक जी। भुल्लां बख्श दे एक असीस देण तो पहलां मैं जरूर बेनती तुहानूं करांगा, जिथे गुरु तेग बहादुर जी दी खुशी लैणी है ना जी, उत्थे भाई मक्खण शाह जी वर्गे सिख भी बनण दा यतन करियो। वाह! अज जिहड़ी वड्डी चुनौती है कि उदों 22 मंजियां लगियां सी, अज 22,000 तो वध लग चुकियां और बड़ियां स्टैबलिश हो चुकियां। ते तुसीं सिख दिसण वाले किते ठगे ना जाओ। मक्खण शाह जी नूं चिंता सी, फिकर सी कि गुरु दे प्यार विच भोले जिहड़े ने वो पखंडियां दे पैरां विच भेटा रखी जांदे आ। ते उस सिख ने आप चेतन हो के ते असीं कहंदे ना कोठे ते चढ़ के दुआई दित्ती। साडीआं जिहड़ियां सभा सुसाइटियां ने कल्ला कल्ला सिख अज तुहानूं कोठे ते चढ़ के दुआई देनी पएगी कि पखंडियां तो बच जाओ ते सच्चा गुरु लादो रे अज भी विराजमान है। आओ चरनी लगिए। सब दा धन्नवाद जी। वाहिगुरू जी का खालसा, वाहिगुरू जी।